ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦਾਸ ਜਗਦੀਸ਼ ਸਿੰਘ ਕੇਸਰੀ ਲਹਿਰ ਯੂਕੇ ਵੱਲੋਂ ਦਾਸ ਕੁਝ ਥੋੜ੍ਹੇ ਸ਼ਬਦਾਂ ਦੇ ਵਿੱਚ ਇੱਕ ਬੜਾ ਹੀ ਗੰਭੀਰ ਜਵਾਬ ਦੇਣਾ ਚਾਹੁੰਦਾ ਹੈ ਇਸ ਭਾਈ ਅਤਿੰਦਰਪਾਲ ਸਿੰਘ ਨੂੰ, ਜੋ ਕਿ ਆਪਣੇ ਆਪ ਦੇ ਆਪਣੇ ਨਾਂ ਦੇ ਨਾਲ ਖਾਲਿਸਤਾਨੀ ਲਫ਼ਜ਼ ਵੀ ਗਲਤ ਵਰਤ ਰਹੇ ਨੇ, ਭੁਲੇਖੇ ਪਾਓ ਦੇ ਤੌਰ 'ਤੇ ਵਰਤ ਰਹੇ ਨੇ। ਉਹ ਵੀ ਭੁਲੇਖੇ ਪਾਓ ਕਿਉਂ? ਤੁਸੀਂ ਇਹਨਾਂ ਦੇ ਹੁਣੇ ਜਿਹੇ ਉੱਪਰਲੇ ਵੀਡੀਓ ਤੋਂ ਪਤਾ ਚੱਲਦਾ ਹੈ ਕਿ ਇਹ ਅਸਲੀ ਖਾਲਿਸਤਾਨੀ ਨਾ ਅੱਗੇ ਸੀ, ਨਾ ਹੁਣ ਹਨ ਅਤੇ ਨਾ ਗਾਂ ਹਨ। ਇਹਨਾਂ ਦਾ ਜੋ ਬਚਨ ਵਿਲਾਸ ਨਹੀਂ ਕੀਤਾ ਹੈ, ਜੋ ਇਹਨਾਂ ਨੂੰ ਹੱਕ ਹੈ ਬੋਲ ਸਕਦੇ ਨੇ, ਇਹਨਾਂ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾ ਰਿਹਾ? ਇਹਨਾਂ ਨੂੰ ਕਿਉਂ ਨਹੀਂ ਪੁੱਛਗਿੱਛ ਕੀਤੀ ਜਾ ਰਹੀ? ਇਹਨਾਂ 'ਤੇ ਕਿਉਂ ਨਹੀਂ ਜਿਹੜਾ ਆ ਗੰਦੇ ਕਾਨੂੰਨ ਪਹਿਰੇ ਜ਼ਾਲਮੀ ਕਾਨੂੰਨ ਇੰਡੀਆ ਦੇ, ਹਿੰਦੂ ਜ਼ਾਲਮੀ ਕਾਨੂੰਨ ਯੂਆਪਾ ਹੋਇਆ, ਟਾਡਾ ਹੋਇਆ, ਕੋਈ ਸੈਡੀਸ਼ਨ ਦੇ ਕਾਨੂੰਨ ਹੋਏ ਇਹ ਹਿੰਦੁਸਤਾਨ ਦੇ, ਭਾਰਤ ਦੇ, ਇਹਨਾਂ 'ਤੇ ਕਿਉਂ ਨਹੀਂ ਲਾਗੂ ਹੋ ਰਹੇ? ਲੇਕਿਨ ਉਹਨਾਂ 'ਤੇ ਲਾਗੂ ਹੋ ਰਹੇ ਜਿਹੜੇ ਉਹ ਵਿਚਾਰੇ ਸੱਚ ਬੋਲਦੇ ਨੇ ਔਰ ਸੱਚ ਦਾ ਰਾਜ ਔਰ ਆਪਣਾ ਖੁਦ ਮੁਖਤਿਆਰ ਰਾਜ ਜਿਹੜਾ ਗੁਰੂਆਂ ਨੇ ਸਾਨੂੰ ਸਿਖਾਇਆ ਹੈ, ਸਾਨੂੰ ਹੌਸਲਾ ਦਿੱਤਾ ਹੈ ਔਰ ਆਪ ਕਮਾਇਆ ਹੈ ਗੁਰੂਆਂ ਨੇ। ਵਿੱਚ ਹੀ ਇੱਕ ਐਸੀ ਇਹ ਪਾਪੀ ਬਚਨੇ ਬੋਲਦੇ ਨੇ ਕਿ ਗੁਰੂਆਂ ਨੇ ਸਾਨੂੰ ਰਾਜ ਵਿਦਿਨ ਰਾਜ, ਸਟੇਟ ਵਿਦਿਨ ਸਟੇਟ ਕਿ ਪ੍ਰੇਰਿਆ। ਕਿੱਥੇ ਪ੍ਰੇਰਿਆ ਅਤਿੰਦਰਪਾਲ ਜੀ? ਕਿਹੜੇ ਗੁਰੂ ਨੇ ਸਾਨੂੰ ਇਹ ਸਿੱਖਿਆ ਦਿੱਤੀ ਕਿ ਤੁਹਾਡਾ ਗੁਲਾਮ ਰਾਜ ਹੋਣਾ ਚਾਹੀਦਾ, ਕਿਸੇ ਹੋਰ ਦੇ ਅਧੀਨ ਤੁਹਾਡਾ ਰਾਜ ਹੋਣਾ ਚਾਹੀਦਾ? ਇਸ ਗੱਲ ਤੋਂ ਮੈਨੂੰ ਬੜਾ ਗੁੱਸਾ ਆਉਂਦਾ ਹੈ ਕਿ ਇਹ ਕਾਫੀ ਚਿਰ ਤੋਂ ਆਪਣੇ ਆਪ ਨੂੰ ਪੰਥ ਕਹਾ ਕੇ ਕਈ ਚਿਰ ਤੋਂ ਖਾਲਿਸਤਾਨੀ ਲਫ਼ਜ਼ ਵਰਤ ਕੇ ਇੱਕ ਭੁਲੇਖੇ ਭਾਉ ਦੇ ਰਹੇ ਨੇ, ਭੁਲੇਖਾ ਪਾ ਰਹੇ ਨੇ ਲੋਕਾਂ ਦੇ ਵਿੱਚ ਔਰ ਲੋਕਾਂ ਦੀ ਅੱਖਾਂ ਦੇ ਵਿੱਚ ਸਮੁੱਚੇ ਤੌਰ 'ਤੇ ਮਿੱਟੀ ਪਾ ਰਹੇ ਨੇ ਕਿ ਇਹ ਅਸਲੀ ਖਾਲਿਸਤਾਨੀ ਨੇ ਜਾਂ ਨਹੀਂ ਨੇ। ਇਹਨਾਂ ਨੇ ਸਪਸ਼ਟ ਹੁਣ ਕਰ ਦਿੱਤਾ, ਜਿਹੜਾ ਕਿ ਅਸੀਂ ਇਹਨਾਂ ਤੋਂ ਮੰਗਦੇ ਆ ਰਹੇ ਹਾਂ ਕਈ ਸਾਲਾਂ ਤੋਂ। ਅੱਗੇ ਇਹਨਾਂ ਨੂੰ ਬੇਨਤੀ ਵੀ ਕੀਤੀ, ਚੈਲੰਜ ਵੀ ਕੀਤਾ, ਸਿੱਧਾ ਸੁਨੇਹਾ ਵੀ ਭੇਜਿਆ ਖੁੱਲ੍ਹੇਆਮ ਪਬਲਿਕ ਤੌਰ 'ਤੇ ਕਿ ਤੁਸੀਂ ਆਪਣਾ ਸਟੈਂਡ ਪੱਕਾ ਤਾਂ ਸਾਫ਼ ਤਾਂ ਸਪਸ਼ਟ ਕਰੋ। ਔਰ ਜਿਵੇਂ ਅਸੀਂ ਜਿੰਨੇ ਕਿੰਨੇ ਵੀ ਆ ਖਿਚੜੀ ਬਣਾਉਣ ਵਾਲੇ ਲੀਡਰ ਜੋ ਪੰਜਾਬ 'ਚ ਬੈਠੇ ਨੇ, ਆ ਬਲਜਿੰਦਰ ਕੌਰ ਹੋਏ, ਆ ਨਵਜੋਤ ਲੰਬੀ ਹੋਏ, ਹੋਰ ਹੋਏ, ਪੀਰ ਮੁਹੰਮਦ ਵਰਗੇ ਹੋਏ, ਅਤੇ ਜਿੰਨੇ ਕਿੰਨੇ ਹੋਏ, ਇਹ ਸਾਰੇ ਜਿਹੜੀ ਇਹ ਖਿਚੜੀ ਬਣਾਉਣ ਵਾਲੇ ਪੰਜਾਬ ਦੇ ਵਿੱਚ, ਆ ਸਿਮਰਜੀਤ ਬੇਂਸ ਵਾਲੇ, ਇਹਨਾਂ ਨੂੰ ਸਾਰਿਆਂ ਨੂੰ ਅਸੀਂ ਖੁੱਲ੍ਹੇਆਮ ਪੁੱਛ ਚੁੱਕੇ ਹਾਂ, ਕਹਿ ਚੁੱਕੇ ਹਾਂ, ਫਿਰ ਕਹਿੰਦੇ ਹਾਂ ਕਿ ਆਪਣਾ ਸਟੈਂਡ ਕਲੀਅਰ ਕਰੋ ਕਿ ਤੁਸੀਂ ਪੰਜਾਬ ਦੇ ਭਵਿੱਖ ਲਈ ਪੰਜਾਬ ਦਾ ਕੀ ਨਕਸ਼ਾ ਹੈ ਤੁਹਾਡੇ ਮਨ 'ਚ? ਪੰਜਾਬ ਨੂੰ ਕਿੱਥੇ ਲੈ ਜਾਣਾ ਹੈ? ਪੰਜਾਬ ਨੂੰ ਖੁਦ ਮੁਖਤਿਆਰ ਕਰਨਾ, ਇੱਕ ਆਜ਼ਾਦ ਖੁਦ ਮੁਖਤਿਆਰ ਬਲਵਾਨ ਮੁਲਕ ਬਣਾਉਣਾ ਹੈ, ਜਾਂ ਇਹਨੂੰ ਇਸੇ ਤਰ੍ਹਾਂ ਹੈ ਕਿ ਇੰਡੀਆ ਦਾ, ਹਿੰਦੁਸਤਾਨ ਦਾ ਇੱਕ ਗੁਲਾਮ ਟੁਕੜਾ ਬਣਾਈ ਰੱਖਣਾ ਚਾਹੁੰਦੇ ਹੋ? ਆਹ ਹੁਣ ਅਤਿੰਦਰਪਾਲ ਸਿੰਘ ਨੇ ਸਾਫ਼ ਕਰ ਦਿੱਤਾ ਹੈ। ਬੜੀ ਖੁਸ਼ੀ ਹੈ ਕਿ ਤੁਸੀਂ ਸਾਫ਼ ਕਰ ਦਿੱਤਾ ਹੈ, ਪਰ ਦੁੱਖ ਵੀ ਹੈ ਕਿ ਇੱਕ ਗੁਲਾਮੀ ਵਾਲੀ ਸੋਚ ਜਿਹੜੀ ਤੁਸੀਂ ਪ੍ਰਗਟ ਕਰ ਰਹੇ ਹੋ ਕਿ ਜੀ ਸਾਰਿਆਂ ਨੂੰ ਮੇਰੇ ਏਜੰਡੇ 'ਤੇ ਆਉਣਾ ਪਵੇਗਾ, ਮੇਰੇ ਸਨੇਹ 'ਤੇ ਆਉਣਾ ਪਵੇਗਾ, ਉਹ ਇਹ ਹੈ ਕਿ ਜੀ ਸਾਡਾ ਰਾਜ ਇੰਡੀਆ ਦੇ ਰਾਜ ਦੇ ਵਿੱਚ ਇੰਡੀਆ ਦੇ ਰਾਜ ਢਾਂਚੇ ਦੇ ਵਿੱਚ ਹੋਣਾ ਚਾਹੀਦਾ ਹੈ। ਕਿਉਂ ਹੋਣਾ ਚਾਹੀਦਾ ਹੈ? ਸਮਝਾਓ ਅਤਿੰਦਰਪਾਲ ਜੀ ਕਿ ਸਾਡਾ ਰਾਜ ਇੰਡੀਆ ਦੇ ਅਧੀਨ ਕਿਉਂ ਹੋਣਾ ਚਾਹੀਦਾ ਹੈ? ਵਾਈ ਅ ਸਟੇਟ ਵਿਦਿਨ ਅ ਸਟੇਟ? ਕਿਉਂ? ਇਹਦੀ ਦਲੀਲ ਕੀ ਹੈ? ਜਿੱਥੇ ਬਾਕੀ ਕੌਮਾਂ, ਬਾਕੀ ਮੁਲਕ ਦੁਨੀਆ ਦੇ ਬਿਲਕੁਲ ਆਜ਼ਾਦ ਹੋ ਕੇ ਜੀਂਦੇ ਨੇ, ਬਿਲਕੁਲ ਖੁਦ ਮੁਖਤਿਆਰ ਹੋ ਕੇ ਜੀਂਦੇ ਨੇ, ਕਿ ਸਾਡਾ ਰਾਜ ਕਿਉਂ ਤੁਹਾਡੇ ਹੇਠਾਂ ਗੁਲਾਮ ਕਿਉਂ ਹੋਵੇ? ਹਿੰਦੁਸਤਾਨ ਦੇ ਗੁਲਾਮ ਕਿਉਂ ਹੋਵੇ? ਕਿ ਭਾਈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿ ਉਹ ਕਿਸੇ ਦੂਸਰੇ ਤੀਸਰੇ ਸਟੇਟ ਦੇ ਅਧੀਨ ਸੀ? ਕਿ ਬੰਦਾ ਸਿੰਘ ਜੀ ਬਹਾਦਰ ਦਾ ਰਾਜ ਪੰਜਾਬ ਦੇ ਵਿੱਚ ਕਿਸੇ ਹੋਰ ਦੂਸਰੇ ਤੀਸਰੇ ਸਟੇਟ ਦੇ ਅਧੀਨ ਸੀ? ਦੱਸੋ ਤੁਸੀਂ ਕਿਉਂ ਇਤਿਹਾਸ ਨੂੰ, ਪੰਥ ਨੂੰ, ਸਿੱਖੀ ਨੂੰ, ਗੁਰੂਆਂ ਨੂੰ ਕਿਉਂ ਤਰੋੜ ਮਰੋੜ ਕੇ ਪੇਸ਼ ਕਰ ਰਹੇ ਹੋ? ਔਰ ਜਿਹੜੀ ਇਹ ਗੱਲਾਂ ਤੁਸੀਂ ਕਰਦੇ ਪਏ ਹੋ, ਜੋ ਕਿ ਹੋਰ ਵੀ ਕਰਦੇ ਪਏ ਆ, ਇਹ ਸ਼ੱਕੀ ਸੋਚ, ਗੈਰ ਅਸੂਲਨ ਸੋਚ, ਇਹ ਤੁਹਾਡੇ ਡਰਪੋਕਪਣ ਵਜ੍ਹਾ ਪਰੋਂ ਔਰ ਤੁਹਾਡਾ ਜਿਹੜਾ ਹਿੰਦੁਸਤਾਨ ਦੇ ਨਾਲ ਲਗਨ ਹੈ ਔਰ ਹਿੰਦੁਸਤਾਨ ਦੀ ਗੁਲਾਮੀ ਦੇ ਨਾਲ ਤੁਹਾਡਾ ਲਗਨ ਹੈ, ਉਹਦਾ ਇਹ ਪ੍ਰਗਟਾਵਾ ਆ। ਤੁਸੀਂ ਡਰਪੋਕਪੁਣੇ ਵਿੱਚੋਂ ਤੁਸੀਂ ਉਸ ਡਰਾਵੇ ਵਾਲੇ ਰਾਜ ਨੂੰ, ਉਸ ਧੱਕੇਸ਼ਾਹੀ ਵਾਲੇ ਰਾਜ ਦੇ ਅਧੀਨ ਰਹਿ ਕੇ
ਜਿਵੇਂ ਤੁਸੀਂ ਆਪਣੀਆਂ ਹੀ ਗੱਲਾਂ ਬੜੀਆਂ ਲੰਮੀਆਂ ਚੌੜੀਆਂ ਕੀਤੀਆਂ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਰਹਿ ਕੇ ਰਾਜ ਬਣਾਉਣ ਦਾ ਪੂਰੀ ਗੱਲ ਕਰ ਸਕਦੇ ਹਾਂ। ਉਸ ਸੁਰੱਖਿਅਤ ਇਲਾਕੇ 'ਚ ਰਹਿ ਕੇ, ਉਸ ਸੁਰੱਖਿਅਤ ਸੋਚ ਵਿੱਚ ਰਹਿ ਕੇ ਤੁਸੀਂ ਉਹ ਗੱਲਾਂ ਕਰਦੇ ਹੋ। ਜਿਹੜੀ ਉਹ ਇਨਕਲਾਬੀ ਸੋਚ ਹੈ ਕਿ ਪੂਰਨ ਆਜ਼ਾਦੀ, ਪੂਰਨ ਰਾਜ ਭਾਗ, ਪੂਰਨ ਖੁਦਮੁਖਤਿਆਰੀ, ਉਹ ਇੰਡੀਆ ਨੂੰ ਟਾਕਰਾ ਲੱਗਦਾ ਹੈ, ਇੰਡੀਆ ਨੂੰ ਖਤਰਾ ਲੱਗਦਾ ਹੈ। ਇੰਡੀਆ ਇੱਕ ਐਸੀ ਕਮਜ਼ੋਰ ਸੋਚ ਵਾਲਾ, ਇੱਕ ਸਾਮਰਾਜੀ ਸੋਚ ਵਾਲਾ, ਜਬਰੀ ਸੋਚ ਵਾਲਾ, ਉਹ ਸਹਿ ਨਹੀਂ ਸਕਦਾ ਕਿ ਕੋਈ ਐਸੀ ਗੱਲ ਕਰ ਦੇਵੇ ਕਿ ਕੋਈ ਕੌਮ ਆਪਣਾ ਬਰਾਬਰ ਦਾ ਰਾਜ ਸਾਹਮੋ ਸਾਹਮਣੇ ਆਪਣਾ ਬਰਾਬਰ ਦਾ ਰਾਜ ਕਾਇਮ ਕਰ ਲਵੇ। ਇੰਡੀਆ ਨੇ ਕਦੇ ਕਿਸੇ ਨੂੰ ਆਜ਼ਾਦੀ ਨਹੀਂ ਦਿੱਤੀ, ਉਲਟਾ ਲੋਕਾਂ ਦੀ ਆਜ਼ਾਦੀ ਖੋਈ ਹੈ, ਲੋਕਾਂ ਦੀ ਆਜ਼ਾਦੀ ਖੋਈ ਹੈ। ਆਸੇ ਪਾਸੇ ਥਾਂ ਥਾਂ ਜਾ ਕੇ ਬਾਰਡਰਾਂ 'ਤੇ ਨਾਲ ਦੇ ਸਟੇਟਾਂ 'ਚ ਜਾ ਕੇ ਦਖਲਅੰਦਾਜ਼ੀ ਕੀਤੀ ਹੈ, ਉਹਨਾਂ ਦੇ ਰਾਜ ਭਾਗ ਨੂੰ ਟਕਰਾਇਆ ਹੈ। ਈਵਨ ਬੰਗਲਾਦੇਸ਼ ਦੀ ਬਣਾਉਣ ਵਿੱਚ ਇੰਡੀਆ ਦਾ ਚਾਅ ਇਹ ਸੀ ਕਿ ਪਾਕਿਸਤਾਨ ਨੂੰ ਕਿਵੇਂ ਅਸੀਂ ਕਮਜ਼ੋਰ ਕਰਨਾ ਹੈ। ਕੋਈ ਬੰਗਲਾਦੇਸ਼ੀਆਂ ਦੇ ਨਾਲ ਕੋਈ ਸਾਂਝ ਨਹੀਂ ਸੀ, ਕੋਈ ਪਿਆਰ ਨਹੀਂ ਸੀ। ਅਗਰ ਇਹਨਾਂ ਨੂੰ ਕਿਸੇ ਦੂਸਰੀ ਤੀਸਰੀ ਕੌਮ ਨਾਲ ਸਾਂਝ ਹੈ, ਫਿਰ ਟਿਬੈਟ ਨੂੰ, ਜਿਹਨੂੰ ਅਸੀਂ ਕਹਿੰਦੇ ਹਾਂ, ਅੰਗਰੇਜ਼ੀ ਵਿੱਚ ਟਿਬੈਟ ਕਹਿੰਦੇ ਆ, ਪੰਜਾਬੀ 'ਚ ਤਿੱਬਤ ਕਹਿੰਦੇ ਆ, ਉਹਨਾਂ ਨੂੰ ਆਜ਼ਾਦ ਕਰ ਦਿੰਦੇ। ਚੀਨ ਨਾਲ ਟੱਕਰ ਲੈ ਲੈਂਦੇ, ਉਹਨੂੰ ਆਜ਼ਾਦ ਕਰ ਦਿੰਦੇ। ਜੇ ਇਹਨਾਂ ਨੂੰ ਸਾਂਝ ਹੈ, ਤਾਮਿਲਾਂ ਨੂੰ ਆਜ਼ਾਦ ਕਰ ਦਿੰਦੇ ਸ੍ਰੀਲੰਕਾ 'ਚ। ਉਹ ਨਹੀਂ ਕੀਤਾ। ਪਹਿਲਾਂ ਤਾਮਿਲਾਂ ਨੂੰ ਹਥਿਆਰ ਦਿੰਦੇ ਰਹੇ, ਫਿਰ ਤਾਮਿਲ ਖਾਰਕੂਆਂ ਨੂੰ, ਤਾਂ ਫਿਰ ਬਾਅਦ ਵਿੱਚ ਉਸੇ ਤਾਮਿਲਾਂ 'ਤੇ ਜਾ ਕੇ ਫੌਜ ਆਪਣੀ ਭੇਜ ਕੇ ਹਮਲਾ ਕੀਤਾ। ਇਹ ਹੈ ਗੰਦਾ, ਇਹ ਲਾਲਿਆਂ ਦਾ, ਇਹ ਬਾਹਮਣਾਂ ਦਾ, ਇਹ ਗੰਦੇ ਭੈੜੇ ਭੀਖੀ ਸੱਪ ਵਾਲੀ ਗੰਦੀ ਇਹ ਨਸਲ ਜਿਹੜਾ ਰਾਜ ਕਰ ਰਹੀ ਹੈ ਇੰਡੀਆ 'ਤੇ, ਔਰ ਰਾਜ ਭਾਗ 'ਤੇ ਬੈਠੀ ਹੈ, ਤਾਂ ਦੂਸਰੀ ਕੌਮਾਂ ਨੂੰ ਗੁਲਾਮ ਬਣਾ ਕੇ ਬੈਠੀ ਹੈ। ਪੰਜਾਬੀ ਕੌਮ, ਕਸ਼ਮੀਰ ਕੌਮ, ਤਾਮਿਲ ਕੌਮ, ਨਾਗਾ ਕੌਮ, ਹੋਰ ਸੈਂਕੜੇ ਹੋਰ ਕੌਮਾਂ ਨੂੰ ਇਹ ਗੁਲਾਮ ਬਣਾ ਕੇ ਬੈਠੀ ਹੈ। ਬੜੇ ਮਜ਼ੇ ਨਾਲ ਬੈਠੀ ਹੈ। ਕੋਈ ਬੋਲਦਾ, ਕੋਈ ਚੀਕਦਾ, ਕੋਈ ਆਪਣਾ ਹੱਕ ਮੰਗਦਾ, ਉਹਦੇ 'ਤੇ ਚੰਗੀ ਤਰ੍ਹਾਂ ਡੰਡਾ ਫੇਰਦੇ ਆ, ਤਸੀਹੇ ਕਰਦੇ ਆ। ਉਹਦਾ ਪਰਿਵਾਰਕ ਜੀਵਨ, ਉਹਦਾ ਵਿਅਕਤੀ ਜੀਵਨ, ਉਹਨਾਂ ਦਾ ਸਮਾਜਿਕ ਜੀਵਨ ਖੇਰੂ ਕਰਕੇ ਉਹ ਵਿਚਾਰੇ ਲਵਪ੍ਰੀਤ ਵਰਗੇ ਆਪ ਹੀ ਆਪ ਆਤਮ ਹੱਤਿਆ ਕਰ ਦਿੰਦੇ ਆ। ਔਰ ਤੇਰੇ 'ਤੇ ਅਤਿੰਦਰਪਾਲ ਜੀ, ਤੇਰੇ 'ਤੇ ਕੋਈ ਕੇਸ ਨਹੀਂ ਇਸ ਵੇਲੇ ਚੱਲ ਰਿਹਾ। ਤੈਨੂੰ ਪੈਨਸ਼ਨ ਵੀ ਮਿਲ ਰਹੀ ਇੰਡੀਅਨ ਪਾਰਲੀਮੈਂਟ ਦੀ, ਹੋਰ ਵੀ ਕੁਝ ਸਹੂਲਤਾਂ ਮਿਲ ਰਹੀਆਂ। ਕਾਨੂੰਨ ਦੀ ਸੁਰੱਖਿਅਤ ਵਿੱਚ ਰਹਿ ਕੇ ਤੂੰ ਗੱਲ ਕਰ ਰਿਹਾ। ਮੈਂ ਫਿਰ ਦੁਹਰਾਉਂਦਾ ਔਰ ਮੈਂ ਫਿਰ ਦੁਹਰਾਵਾਂਗਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਸਿੱਖ ਮਿਸਲਾਂ ਦਾ ਰਾਜ ਔਰ ਬੰਦਾ ਸਿੰਘ ਜੀ ਬਹਾਦਰ ਦਾ ਰਾਜ, ਕਿ ਉਹ ਕਿਹੜੇ ਦੂਸਰੇ ਤੀਸਰੇ ਰਾਜ ਦੇ ਅਧੀਨ ਸੀ? ਉਹ ਬਿਲਕੁਲ ਆਜ਼ਾਦ ਖੁਦਮੁਖਤਿਆਰ ਰਾਜ ਸੀ। ਮੈਨੂੰ ਉਹ ਦੱਸੋ ਰਾਜ, ਈਵਨ ਗੁਰੂਆਂ ਦਾ ਰਾਜ ਜਿਹੜਾ ਸੀ, ਜਦੋਂ ਉਹਨਾਂ ਦੇ ਰਾਜ ਆਏ ਤਾਂ ਰਹੇ ਥੋੜ੍ਹਾ ਸਮਾਂ, ਉਹ ਕਿਸੇ ਮੁਗਲ ਦੇ ਅਧੀਨ ਨਹੀਂ ਸੀ ਰਹਿ ਰਹੇ। ਉਹ ਕਿਸੇ ਮੁਗਲ ਰਾਜੇ ਨੂੰ ਨਹੀਂ ਸੀ ਪੁੱਛ ਰਹੇ। ਉਹਨਾਂ ਦੇ ਆਪਣੀਆਂ ਕਚਹਿਰੀਆਂ, ਆਪਣੇ ਰਾਜ, ਆਪਣੀ ਜਿੰਨੇ ਖਿੱਤਿਆਂ ਵਿੱਚ ਉਹਨਾਂ ਦੇ ਰਾਜ ਚੱਲਦੇ ਸੀ, 6ਵੇਂ ਪਾਤਸ਼ਾਹੀ ਦਾ, 10ਵੇਂ ਪਾਤਸ਼ਾਹੀ ਦਾ, ਉਹ ਕਿਸੇ ਦੂਸਰੇ ਤੀਸਰੇ ਨੂੰ ਪੁੱਛ ਕੇ ਨਹੀਂ ਸੀ ਰਾਜ ਕਰ ਰਹੇ। ਉਹ ਕਿਸੇ ਦੂਸਰੇ ਤੀਸਰੇ ਨੂੰ ਟੈਕਸ ਨਹੀਂ ਸੀ ਦੇ ਰਹੇ। ਉਹਨਾਂ ਦੀ ਆਪਣੀ ਫੌਜ, ਆਪਣੇ ਝੰਡੇ, ਆਪਣਾ ਰਾਜ ਭਾਗ, ਆਪਣੀ ਕਚਹਿਰੀਆਂ, ਆਪਣਾ ਪੁਲਿਸ ਫੋਰਸ ਸੀ। ਔਰ ਇਸ ਆਵਾਜ਼ ਵਿੱਚ ਗੁੱਸਾ ਇਸ ਲਈ ਹੈ ਕਿ ਤੂੰ ਸਾਰੀ ਹਿਸਟਰੀ ਨੂੰ ਉਲਟ ਪੁਲਟ ਕਰਕੇ ਆਪਣੇ ਨਿੱਜੀ ਏਜੰਡੇ ਨੂੰ ਪੂਰਾ ਕਰਨ ਲਈ ਗੁਰੂਆਂ ਦੀ ਸੱਚਾਈ, ਪੰਜਾਬੀ ਇਤਿਹਾਸ ਦੀ ਸੱਚਾਈ ਔਰ ਪੰਜਾਬੀ ਆਜ਼ਾਦ ਖੁਦਮੁਖਤਿਆਰ ਰਾਜ ਦੀ ਸੱਚਾਈ ਨੂੰ ਉਲਟ ਪੁਲਟ ਕਰਕੇ ਐਸੇ ਢੰਗ ਨਾਲ ਉਹਨੂੰ ਪੇਸ਼ ਕਰ ਰਿਹਾ ਹੈ ਕਿ ਇਹਦੇ ਏਜੰਡੇ ਨੂੰ ਸਾਰੇ ਮੱਥਾ ਟੇਕਣ। ਤੇਰਾ ਡਰਪੋਕਪੁਣੇ ਵਾਲਾ, ਚਾਪਲੂਸੀ ਵਾਲਾ ਔਰ ਸ਼ੱਕੀ ਏਜੰਡਾ ਹਿੰਦੁਸਤਾਨ ਦੇ ਅਧੀਨ ਰਹਿਣ ਵਾਲਾ। ਔਰ ਤੈਨੂੰ ਪ੍ਰੇਰਦੇ ਹਾਂ ਕਿ ਤੂੰ ਆਪਣਾ ਨਾਂ ਰੱਖ ਲਾ ਹੁਣ, ਅਤਿੰਦਰਪਾਲ ਰਮੇਸ਼ ਹਿੰਦੁਸਤਾਨੀ। ਅਤਿੰਦਰਪਾਲ ਰਮੇਸ਼ ਹਿੰਦੁਸਤਾਨੀ ਰੱਖ ਲੈ, ਕਿਉਂਕਿ ਉਹ ਤੈਨੂੰ ਸੋਭਦਾ ਹੈ, ਉਹ ਤੈਨੂੰ ਸੋਭਦਾ ਹੈ। ਅਤਿੰਦਰਪਾਲ ਸਿੰਘ ਖਾਲਿਸਤਾਨੀ ਨਹੀਂ ਸੋਭਦਾ, ਕਿਉਂਕਿ ਉਹ ਲਫ਼ਜ਼ ਤੇਰੀ ਸੋਚ ਦੇ ਮੁਤਾਬਕ, ਤੇਰੀ ਸੋਚ ਦੇ ਪ੍ਰਤੀ ਉਹ ਬਿਲਕੁਲ ਮਿਲਦੇ ਗਿਲਦੇ ਨਹੀਂ ਹਨ। ਸੋ ਅਸੀਂ ਤੈਨੂੰ ਸਿੱਧਾ ਸੱਦਿਆ ਦਿੰਦੇ ਹਾਂ, ਸਿੱਧਾ ਚੈਲੰਜ ਵੀ ਕਰਦੇ ਹਾਂ, ਖੁੱਲ੍ਹੀ ਡਿਬੇਟ 'ਤੇ ਆ। ਇਹ ਬੰਦ ਕਰ ਵੀਡੀਓ ਕੱਢਣੇ, ਆਪਣੇ ਭਾਸ਼ਣ ਦੇ ਦੇਣੇ, ਕੋਈ ਬਰਾਬਰ ਦੀ ਡਿਬੇਟ ਨਹੀਂ ਕਰਨੀ। ਜੇ ਤੇਰੇ ਵਿੱਚ ਹਿੰਮਤ ਹੈ,
जे तेरे विच किसी किस्म की जुरत है, जमीर है, आ मेरे नाल सीधी डिबेट कर। जगदीश सिंह केसरी लहर यूके, आ मेरे नाल, और मैं तेनों ठोक ठोक के फैक्चुअल जवाब पेश करांगा कि किते भी गुरुआं ने ये नहीं प्रेरिया कि सानू एक अपना राज किसी होर दे अधीन बन के रहना चाहिए। और मैं होर पुछदा कि साडा राज इंडिया के खिते विच, इंडिया के ढांचे अधीन बनना, उहदी कोई आस भी हो सकती है, जबकि कश्मीरियां दे बेचारियां दा जिहड़ा माड़ा मोटा टुट्टा भज्जा कोई ऑटोनमी रह भी गई सी, सुक्की सक्की टुट्टी भज्जी ऑटोनमी, वो भी खो लई ये हिंदू राष्ट्र ने, ये बामन राष्ट्र ने। कि सानू पंजाबियों नूं कित्थों दे देणगे? जिहड़ा आनंदपुर साहिब के मते विच पेश की गई सी गल कि साडा अपना पूर्ण राज भाग विदिन एन इंडियन फैडरल कॉन्टैक्सट वो होएगा, वो तो नहीं दबा दिता, बिल्कुल गन्ना बंदूकां टैंकां नाल दबा दिता 84 का हमला करके। तो तुसी हुण कश्मीर की मिसाल दे के 2019 की कि तुसी किधरों ये आस रख रहे हो कि इन्हों ने किते सानू ऑटोनमी दे देनी है? किसी होर सूबे नूं दित्ती है इंडिया दे विच ऑटोनमी? और गल्लां तू फराटे मारदा कि असीं आ करांगे, वो करांगे, जे करांगे। हवाले दे रहे हैं महाराजा रणजीत सिंह दे ते दे रहे हैं बंदा सिंह बहादुर दे कि मैनू दस कि बंदा सिंह बहादुर जा महाराजा रणजीत सिंह जा सिख मिसलां जस्सा सिंह आलूवालिया दल खालसा कि वो किहड़े राज दे अधीन वो चल रहे सी? उन्हां दा अपना खुद मुख्तियार राज सी। ताई तो मुगलों ने, ताई तो अफगानियां ने उन्हां ते हमले किए, उन्होंने पकड़िया, उन्होंने शहीद किया, उन्हां नाल वो जुल्म किया, क्योंकि वो किसी दूसरे तीसरे राज भाग के अधीन नहीं सन, वो आज़ाद सन, पूर्ण खुद मुख्तियार सन। और ये खुद मुख्तियारी जेह्ड़े चुभदा लफज थानू तो तुहाडे हिंदू यारां नूं, तो तुहाडे ब्राह्मण यारां नूं, तो तुहाडे दिल्ली वाले यारां नूं, ये असीं गज के बोलना है। ये साडे खून च है, ये साडे इतिहास विच है, ये साडी हिस्टरी विच है, ये साडी गुरबाणी च है, ये साडे गुरुआं विच है, ये साडे विच है। पंजाब आज़ाद ही नहीं, पंजाब पूर्ण तौर पर खुद मुख्तियार होएगा, अपने दो पैरों ते खड़ेगा, गजेगा, दुनिया के नाल ट्रेड करेगा। दुनिया के लोग पंजाब नूं आके वेखणगे टूरिज्म के तौर पर, पढ़ लिखण के तौर पर। और पंजाबी कौम का झंडा जिथे दुनिया दीयां होर कौमां दे झंडे झुलदे ने, उन्हां दे बराबर ही झुलेगा। तेरे अधीन बामन बाणियां लालियां दे ढांचे के अधीन नहीं असीं जीना। साडे गुरुआं ने सानू इदां दे गुलाम नहीं बनाया। और एक गल बड़ी स्पष्ट सुन लै कि जे तेरे च हिम्मत है, आ जा मोरे, आ जा डिबेट कर, ऑनलाइन कर लै, खुलेआम कर लै, केड़ी शो ते करना कर लै, आ जा। थोड़ी गलियों पच्ची मरियो सोच, जिहड़ी सानू गुलाम रखण वाली सोच, साजिशी सोच, सानू गुलाम, साडी लहर नूं बदनाम करन वाली, रेफरेंडम 2020 ये दसो उहदे विच की हिंसा है? वो एक डेमोक्रेटिक इंटरनेशनल कदम है कि जिहड़ा कि सिक्स फॉर जस्टिस ने कदम चुक्या है, बड़ा उन्हां दा शाबाश। हाँ, एक डेमोक्रेटिकली तौर पर असीं उन्हां ते सवाल जवाब भी करते हैं, सवाल जवाब करांगे भी, क्योंकि साडे विच डेमोक्रेसी होनी चाहिए है जिथे एक दूजे ते सवाल जवाब कर भी सकीए और एक दूजे नूं असीं जवाब दे भी हो सकीए। ये इंटरनेशनल कदम है रेफरेंडम का। दुनिया भर रेफरेंडम चलते हैं, दुनिया भर क्रोएशिया होया, सॉरी कैटलोनिया होया, कोसोवो विच होया, ईस्ट तिमोर विच होया, थां हुंदे ने। और इंडिया क्यों नहीं ऐसा डेमोक्रेटिक रेफरेंडम करने को तैयार? कि इंडिया की की खासियत है, इंडिया की की खास विशेषता है कि उन्होंने और उन्होंने इलाकों में किसी रेफरेंडम नहीं होना चाहिए। इंडिया एक साम्राजी स्टेट है। क्यों है? इंडिया के सरहदां और जिवें पाकिस्तान दी सरहदां कित्थों बणियां, किने बनाईयां, वो सीधा नतीजा है ब्रिटिश साम्राज का। जिथे ब्रिटिश साम्राज्य ने आके सारे ही साउथ एशिया के नक्शे ते थोड़ा करके, कदम करके इन्हीं कब्जे किए है और एक बहुत बड़ा इन्हीं अपने चित्तों इलाका बना लिया, जिन्हों ये ब्रिटिश इंडिया कहते हैं।
ਉਹ ਇਲਾਕਾ ਜਿਹੜਾ ਸਾਰੇ यूरोप वैस्ट यूरोप ਦੇ ਬਰਾਬਰ ਹੈ। वैस्ट यूरोप ਦੇ 27-28 ਮੁਲਕਾਂ ਦੇ ਬਰਾਬਰ ਹੈ, ਜਿਨ੍ਹਾਂ ਦੇ ਵਿੱਚ ਕਈ ਸੈਂਕੜੇ ਕੌਮਾਂ ਹਨ। ਇਹਨਾਂ ਨੇ ਇੱਕ ਬਣਾ ਕੇ, ਇੱਕ ਢਾਂਚਾ ਬਣਾ ਕੇ, ਇੱਕ ਟੈਰੀਟੋਰੀਅਲ ਢਾਂਚਾ ਬਣਾ ਕੇ, ਔਰ ਤੁਹਾਡੇ ਵਰਗੇ ਪਖੰਡੀ ਉਹਨੂੰ ਇੱਕ ਕੌਮ ਕਹੀ ਜਾਂਦੇ, ਇਹ ਬਾਹਮਣ ਇੱਕ ਕੌਮ ਕਹੀ ਜਾਂਦੇ ਆ, ਜਿੱਥੇ 4 ਕਿਸਮ ਦੀਆਂ ਵੱਖੋ ਵੱਖ ਟਾਈਮ ਜ਼ੋਨਸ ਹੈਗੇ ਨੇ, ਸੈਂਕੜੇ ਕਿਸਮ ਦੀਆਂ ਬੋਲੀਆਂ ਹੈਗੀਆਂ ਨੇ, ਸੈਂਕੜੇ ਕਿਸਮ ਦੇ ਮੌਸਮ ਹੈਗੇ ਨੇ, ਔਰ ਸੈਂਕੜੇ ਕਿਸਮ ਦੇ ਸਮਾਜ ਦਾ ਕੌਮੀਅਤ ਹੈਗੀ ਹੈ। ਉਹਨੂੰ ਇੱਕ ਕੌਮ ਤੁਸੀਂ ਕਹੀ ਜਾਂਦੇ ਜ਼ਬਰਦਸਤੀ। ਔਰ ਤੂੰ ਕਹੀ ਜਾਂਦਾ ਕਿ ਸਾਨੂੰ ਉਸੇ ਢਾਂਚੇ ਦੇ ਵਿੱਚ ਰਹਿ ਕੇ, ਉਹ ਗੁਲਾਮੀ ਦਾ ਗਾਹਾਂ ਦਾ ਗੁਲਾਮੀ ਵਾਲਾ, ਉਹਨਾਂ ਨੇ ਬਰਤਾਨੀਆ ਗੁਲਾਮੀ ਤੋਂ ਲੈ ਕੇ 47 ਵਿੱਚ ਇੱਕ ਡਰਾਮਾ ਰਚਿਆ ਗਿਆ ਆਜ਼ਾਦੀ ਦਾ, ਉਹੀ ਗੁਲਾਮ ਢਾਂਚਿਆਂ ਦੇ ਵਿੱਚ ਰਹਿ ਕੇ ਅਸੀਂ ਇੱਕ ਗੁਲਾਮ ਗਾਂ ਦੀ ਗਾਂ ਗੁਲਾਮੀ ਵਿੱਚ ਸੰਤੁਸ਼ਟ ਰਹੀਏ। ਕਿਉਂ ਰਹੀਏ? ਤੂੰ ਇਹ ਕਹਿ ਰਿਹਾ ਕਿ ਅਸੀਂ ਇੱਕ ਪਿੰਜਰੇ ਵਿੱਚ ਰਹਿ ਕੇ, ਇੱਕ ਸ਼ੇਰ ਪਿੰਜਰੇ ਵਿੱਚ ਰਹਿ ਕੇ ਉੱਥੇ ਉਹਨੂੰ ਰੋਟੀ ਪਾਣੀ ਮਿਲੀ ਜਾਊਗਾ, ਉਹ ਪਿੰਜਰੇ ਵਿੱਚ ਰਵੇ, ਪਿੰਜਰੇ ਵਿੱਚ ਉਹ ਖੁਸ਼ ਰਵੇ। ਬਿਲਕੁਲ ਨਹੀਂ। ਉਹ ਇੰਡੀਅਨ ਢਾਂਚੇ ਦਾ ਜਿਹੜਾ ਪਿੰਜਰਾ ਅਸੀਂ ਤੋੜ ਕੇ ਛੱਡਾਂਗੇ। ਮਰਨਾ ਪਵੇ, ਕੁਛ ਹੋਣਾ ਪਵੇ, ਮਰਾਂਗੇ। ਉਹ ਮੌਤ ਖੁਸ਼ੀ ਵਾਲੀ ਮੌਤ ਹੈ, ਜਿਹੜੀ ਕੋਈ ਆਜ਼ਾਦੀ ਲਈ, ਕੋਈ ਸੱਚਾਈ ਲਈ, ਇਨਸਾਫ ਲਈ। ਤੇਰੀ ਕੋਈ ਮੌਤ ਨਹੀਂ ਹੋਈ, ਤੇਰੀ ਕੋਈ ਸ਼ਹੀਦੀ ਨਹੀਂ ਹੋਈ। ਤੂੰ ਬੜੇ ਐਸ਼ ਨਾਲ ਜੀਂਦਾ ਆ ਰਿਹਾ, बड़े फराटे मारूंगा, दूसरे आते उंगली टुंगली ठोकांगा, बड़े लैक्चर देंगा, अपने बड़े ऐश के घर में बैठ के पटियाले दे विच पेंशनां लैके इंडियन पार्लीमेंट दियां। तो तू कौम नूं इह सिक्ख्या दे रहे हैं। और होर सुन लै, आ जिहड़ियां उंगलियां तू कर रहा सिमरनजीत मान ते पीर मुहम्मद ते वगैरह वगैरह, ये सारा ही टोला टाला, ये सारा ही शक्की है। इन्हां दी सोच शक्की है, इन्हां दे कदम शक्की है, तो नाल ही तू ही शक्की है। सो ये मत समझ कि किते इन्हां ते उंगली करके तू उच्चा हो रहे हैं। तू अपनी हौमे परस्ती, तो अपनी चुगली पाउणा, तो अपनी साजिशबाजी, तो नीतिबाजी नूं आप प्रगट कर रहे हैं, आप नंगा कर रहे हैं। और मैं फिर दोहराउंदा आखिरी पॉइंट, पंजाबियां दे जदों राज होए है, वो कदे दूसरे तीसरे के अधीन नहीं होए, खुद मुख्तियार होए है, बिल्कुल खुद मुख्तियार। पंजाबियों ने दूसरिया पावरां नाल ट्रीटियां साइन कीतियां, वो किते मुगलों के अधीन नहीं रहे, अफगानियों के अधीन नहीं रहे। उन्हें एक खुद मुख्तियार कौमी के तौर पर, कौमी तौर पर, अपना स्टेट के तौर पर वो गज के खड़े है, ट्रेड की है, फौजां बनाइया अपनियां, जंगां लड़ियां अपनियां, वो किसी के अधीन नहीं। और किहड़े गुरु ने, तू ना दस, गुरबाणी का जिक्र कर कि कित्थे कहा गुरु साहिब ने कि तुसी दूसरे के अधीन रह के रहना, दूसरे का गुलाम बन के रहना, आप अपनी राज शक्ति नहीं बनानी। साडे गुरु ने यह दस्या कि राज बिना नहीं धर्म चले है, कि साडा जिहड़ा समुची कौमी धार्मिक जीवन है, बिना राज की सुरक्षितता, राज की शक्ति तो बगैर, राज की प्रोटैक्शन तो बगैर साडा कौमी जीवन नहीं कायम रह सकता। और इतिहास, जीवन, तजर्बा सारा दुनिया भर दसदा, वो कौम जे को अपना नहीं है, वो कौम दा सारा कुछ मर मिट जाता है, मिटाया जाता, खत्म किया जाता, हमले किए जाते। राज साडा अपना आलना, साडा अपना घुरना, जिवें शेर नूं, पंछी नूं, उदां ही साडी इंसानियत नूं, साडी पंजाबीयत नूं अपना पंजाबी आलना चाहिए, किसी का गुलाम बन के नहीं चाहिए। सो मैं थोनू फाइनली फिर चैलेंज करदा, जे हिम्मत है आओ भाई जगदीश सिंह नाल यूके दे विच आओ, डिबेट ते आओ। वाहिगुरू जी का खालसा, वाहिगुरू जी की फतेह। हाँ जी, मैं कुछ थोड़े लफज होर ऐड कर देवां। भाई अतिंद्रपाल सिंह जी, वाहिगुरू जी का खालसा, वाहिगुरू जी की फतेह। आज जरा मैं कुछ 15 मिनट थोनू सुनेहा भेजिया, उहदे नाल मैं कुछ होर लफज ऐड कर देवां। मैं सॉरी, मैं गुस्से विच बोलिया, गुस्सा मेरा मकसद नहीं सी, लेकिन वो बड़िया दलील भरियां गल्लां कीतियां, बड़े ठोकवियां गल्लां कीतियां तुहाडे ते, क्योंकि ठोकवें जवाब चाहिए सी। तुहाडीआं जिहड़ियां गल्लां गोलमोल जिहियां लिबड़ियां धिकड़ियां सन,
ਉਹਨਾਂ ਦੇ ਗੋਲ-ਮੋਲ ਜਵਾਬ ਨਹੀਂ ਚਾਹੀਦੇ, ਉਹਨਾਂ ਦੇ ਠੋਕਵੇਂ ਜਵਾਬ ਚਾਹੀਦੇ ਆ। ਮੈਂ ਹੋਰ ਪੁੱਛਦਾ ਕੁਝ ਹੋਰ ਗੱਲਾਂ ਕਿ ਤੁਸੀਂ ਹਜੇ ਤਾਈਂ ਆਪ ਹੀ ਮੰਨ ਚੁੱਕੇ ਆ ਜਿਹੜਾ ਗੰਦੇ ਭੈੜੇ ਜ਼ਾਲਮੀ ਕਾਨੂੰਨ ਹੈ ਇੰਡੀਆ ਦੇ, ਯੂਆਪਾ ਹੋਇਆ, ਟਾਡਾ ਹੋਇਆ, ਕੋਈ ਹੋਰ ਨਵਾਂ ਆ ਗਿਆ, ਇਹਦੇ ਖੰਡਨ ਨਹੀਂ ਤੁਸੀਂ ਆਪ ਕਰ ਰਹੇ। ਕਿਉਂ ਨਹੀਂ ਕਰ ਰਹੇ? ਕਿ ਕਿਹੜੇ ਗੁਰੂ ਨੇ ਇਹ ਤੁਹਾਨੂੰ ਸਿੱਖਿਆ ਦਿੱਤੀ, ਜਾਂ ਤੇਰਾ ਆਪਣਾ ਅਲੱਗ ਗੁਰੂ ਆ ਕਿਤੇ ਕੋਈ ਜਿਹੜਾ ਕਹਿੰਦਾ ਕਿ ਰਾਜ ਦੀ ਪੂਜਾ ਕਰੋ, ਰਾਜ ਨਾਲ ਟੱਕਰ ਨਾ ਲਵੋ? ਕਿ ਕਿਹੜਾ ਕਾਨੂੰਨ ਹੈ ਇਹ? ਕੋਈ ਸੁੱਖ ਸ਼ਾਂਤ ਡੈਮੋਕ੍ਰੈਟਿਕ ਕਾਨੂੰਨ ਹੈ? ਇਹਦਾ ਖੰਡਨ ਤੂੰ ਕਿਉਂ ਨਹੀਂ ਕਰ ਰਿਹਾ? ਉੱਦਾਂ ਉਂਗਲੀਆਂ ਮਾਰੀ ਜਾਂਦਾ ਸਾਡੇ ਵੱਲ, ਕਹੀ ਜਾਂਦਾ ਲਵਪ੍ਰੀਤ ਦੀ ਮੌਤ ਇਸ ਕਾਨੂੰਨ ਕਰਕੇ ਹੋਈ ਹੈ। ਔਰ ਸਿੱਖਸ ਫॉर ਜਸਟਿਸ 'ਤੇ ਵੀ ਉਂਗਲੀ ਕਰ ਰਿਹਾ। ਮੈਂ ਆਪ ਸਿੱਖਸ ਫॉर ਜਸਟਿਸ ਦਾ ਮੈਂਬਰ ਨਹੀਂ ਹੈ, ਇਹ ਵੀ ਸਪਸ਼ਟ ਕਰ ਦੇਵਾਂ। ਸਿੱਖਸ ਫॉर ਜਸਟਿਸ ਇੱਕ ਵੱਖਰੀ ਖੁਦਮੁਖਤਿਆਰ ਜਥੇਬੰਦੀ ਜਿਨ੍ਹਾਂ ਦੀਆਂ ਬ੍ਰਾਂਚਾਂ, ਮੁੱਖ ਬ੍ਰਾਂਚ ਅਮਰੀਕਾ ਵਿੱਚ ਨੇ ਤੇ ਹੋਰ ਥਾਂ ਨੇ। ਪਰ ਐਵੇਂ ਬਿਨਾਂ ਵਜ੍ਹਾ ਤੋਂ ਉਂਗਲੀਆਂ ਇੱਦਾਂ ਕਰਨੀਆਂ, ਤੇਰੇ ਵਰਗੇ ਲਵਪ੍ਰੀਤ ਦੀ ਮੌਤ ਕਰਵਾ ਰਹੇ ਆ, ਤੇਰੇ ਵਰਗੇ ਹੀ ਹਿੰਦੁਸਤਾਨ ਦੀ ਪੂਜਾ ਕਰਨ ਨਾਲ, ਹਿੰਦੁਸਤਾਨ ਦੀ ਉਪਮਾ ਕਰਨ ਨਾਲ ਔਰ ਹਿੰਦੁਸਤਾਨ ਤੇ ਦੇ ਅਧੀਨ ਸਾਨੂੰ ਰੱਖਣ ਨਾਲ ਤੁਸੀਂ ਸਾਡੇ ਕੌਮ ਦੀ ਇਨਸਾਨੀਅਤ ਦੀ, ਸਾਡੇ ਆਵਾਜ਼ ਦੀ, ਸਾਡੀ ਖੁਦਮੁਖਤਿਆਰੀ ਦੀ ਮੌਤ ਕਰਵਾ ਰਹੇ ਹੋ। ਤੂੰ ਹਜੇ ਕੰਡੈਮ ਨਹੀਂ ਕੀਤਾ ਯੂਆਪਾ ਦਾ। ਕਿਉਂ ਨਹੀਂ ਕੀਤਾ? ਤੂੰ ਇਹ ਵੀ ਨਹੀਂ ਕਿਹਾ ਕਿ ਸਾਡਾ ਪੰਜਾਬ ਦੇ ਵਿੱਚ ਸਾਨੂੰ ਰੈਫਰੈਂਡਮ ਹੋਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਭਾਵੇਂ ਕੀ ਵਿਚਾਰ ਹੋਣ ਲੋਕਾਂ ਦੇ, ਤੇਰੇ ਆਪਣੇ ਹੋਣ ਵਿਚਾਰ, ਮੇਰੇ ਆਪਣੇ ਹੋਣ, ਲੋਕਾਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ। ਸ਼ਾਂਤਮਈ ਯੂਨਾਈਟਿਡ ਨੇਸ਼ਨ ਦੇ ਅਧੀਨ, ਜਿਵੇਂ ਕਸ਼ਮੀਰ 'ਚ ਹੋਵੇ, ਨਾਗਾਲੈਂਡ ਹੋਵੇ, ਸਭ ਪਾਸੇ ਹੋਵੇ, ਤਾਮਿਲਨਾਡੂ ਵਿੱਚ ਹੋਵੇ, ਤਾਂ ਕਿ ਲੋਕ ਫੈਸਲਾ ਕਰਨ। ਲੋਕ ਆਪਣਾ ਪੰਜਾਬ ਦਾ ਅੰਤਮ ਫੈਸਲਾ, ਪੱਕਾ ਪੂਰਾ ਫੈਸਲਾ ਅੰਤਮ ਪੰਜਾਬੀ ਲੋਕ ਆਪ ਕਰਨ, ਨਾ ਕਿ ਦਿੱਲੀ ਕਰੇ, ਨਾ ਕਿ ਬਾਹਮਣ ਲਾਲੇ ਕਰਨ। ਕਿ ਰੈਫਰੈਂਡਮ ਕਰਨ ਦਾ ਹੱਕ ਨਹੀਂ? ਕਿ ਉਹਦੇ ਹੱਕ ਵਿੱਚ ਤੂੰ ਬੋਲਣ ਲਈ ਤਿਆਰ ਕਿਉਂ ਨਹੀਂ? ਕਿ ਇਹ ਡੈਮੋਕ੍ਰੇਸੀ ਨਹੀਂ? ਦੁਨੀਆ ਭਰ ਰੈਫਰੈਂਡਮ ਹੋ ਰਹੇ, ਥਾਂ ਦੁਨੀਆ ਦੇ ਦੇਸ਼ਾਂ 'ਚ ਹੋ ਰਹੇ ਆ, ਕਿ ਇੰਡੀਆ ਵਿੱਚ ਕਿਉਂ ਨਹੀਂ? ਕਿ ਇੰਡੀਆ ਵਿੱਚ ਕੀ ਖਾਸ ਲਾਇਸੈਂਸ ਹੈ ਇਹਨਾਂ ਕੋਲ ਜਬਰੀ ਦਾ? ਸੋ ਇਹ ਹੋਰ ਗੱਲਾਂ 'ਤੇ ਜਵਾਬ ਮੰਗਦੇ ਨੇ ਤੁਹਾਡੇ ਤੋਂ ਕਿ ਤੂੰ ਕਿਉਂ ਨਹੀਂ ਇਹ ਕਾਨੂੰਨ ਦਾ ਕੰਡੈਮ ਕਰ ਰਿਹਾ? ਤੂੰ ਕਿਉਂ ਨਹੀਂ ਰੈਫਰੈਂਡਮ ਦੇ ਹੱਕ ਵਿੱਚ ਬੋਲ ਰਿਹਾ? ਇਹਦਾ ਮਤਲਬ ਇਹੀ ਹੋਇਆ ਹੈ ਕਿ ਤੂੰ ਇੰਡੀਆ ਦੀ, ਹਿੰਦੁਸਤਾਨ ਦੀ, ਭਾਰਤ ਮਾਤਾ ਦੀ ਪੂਰੀ ਉਪਮਾ ਕਰ ਰਿਹਾ, ਔਰ ਉਸ ਭਾਰਤ ਮਾਤਾ ਦਾ ਜਬਰ ਰਾਜ ਸਾਡੇ ਉੱਤੇ ਠੋਸਣਾ ਚਾਹੁੰਦਾ ਹੈ, ਸਾਡੇ ਦਿਮਾਗਾਂ ਨੂੰ ਪਾਗਲ ਕਰਨਾ ਚਾਹੁੰਦਾ ਹੈ ਕਿ ਸਾਡਾ ਰਾਜ ਉਸ ਕਿਸਮ ਦਾ ਹੋਣਾ ਚਾਹੀਦਾ ਜਿਹੜਾ ਉਹਨਾਂ ਭਾਰਤ ਮਾਤਾ ਦੇ ਅਧੀਨ ਹੋਵੇ। ਬਿਲਕੁਲ ਨਹੀਂ, ਅਸੀਂ ਭਾਰਤ ਮਾਤਾ ਦੇ ਵਿੱਚ ਵਿਸ਼ਵਾਸ ਨਹੀਂ, ਸਾਡਾ ਕੋਈ ਤਾਲੁਕਾਤ ਨਹੀਂ ਭਾਰਤ ਮਾਤਾ ਨਾਲ। ਸਾਡਾ ਭਾਰਤ ਮਾਤਾ ਸਾਡਾ ਕੁਛ ਨਹੀਂ ਲੱਗਦਾ, ਨਾ ਬਣਦਾ। ਇਹਨੂੰ ਅਸੀਂ ਲੱਤ ਮਾਰਦੇ ਹਾਂ, ਇਹਨੂੰ ਧੱਕਦੇ ਹਾਂ। ਸਾਡਾ ਆਪਣਾ ਆਜ਼ਾਦ ਪੰਜਾਬ ਰਾਜ ਹੋਵੇਗਾ, ਖੁਦਮੁਖਤਿਆਰ ਰਾਜ। ਸੋ ਇਹਦਾ ਜਵਾਬ ਤੇ ਤੋਂ ਮੰਗ ਰਹੇ ਹਾਂ। ਔਰ ਫਿਰ ਮੈਂ ਦੁਹਰਾਉਂਦਾ, ਆ ਜਾ ਖੁੱਲ੍ਹੀ ਡਿਬੇਟ ਕਰ ਲੈ, ਮੈਂ ਸਾਹਮਣੇ ਤੇਰੇ ਨਾਲ ਡਿਬੇਟ ਕਰਾਂਗਾ। ਆ ਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਦੀਸ਼ ਸਿੰਘ, ਕੇਸਰੀ ਲਹਿਰ, UK।